ਜ਼ਕਰੀਆ ਨਬੀ ਦੀ ਕਿਤਾਬ। ਇਹ ਕਿਤਾਬ ਗੁਲਾਮੀ ਵਿੱਚ ਗਏ ਲੋਕਾਂ ਦੇ ਬਾਬਲ ਤੋਂ ਯਰੂਸ਼ਲਮ ਵਿੱਚ ਵਾਪਸ ਆਉਣ ਤੋਂ ਬਾਅਦ ਦੀ ਹੈ ਅਤੇ ਸਾਨੂੰ ਅਜ਼ਰਾ ਦੀ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਜ਼ਕਰੀਆ ਅਤੇ ਹਜਈ ਨੇ ਮਿਲ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਹੈਕਲ ਦਾ ਮੁੜ ਨਿਰਮਾਣ ਕਰਨ ਅਤੇ ਪਰਮੇਸ਼ਵਰ ਦੇ ਵਾਅਦੇ ਨੂੰ ਪੂਰਾ ਹੋਣ ਦੀ ਉਡੀਕ ਕਰਨ ਲਈ ਕਿਹਾ। ਹੁਣ ਬਹੁਤ ਸਮੇਂ ਪਹਿਲਾਂ ਯਰਮੀਆ ਨਬੀ ਨੇ ਕਿਹਾ ਸੀ ਕਿ ਇਸਰਾਇਲ ਦੀ ਗੁਲਾਮੀ 70 ਸਾਲ ਦੀ ਹੋਵੇਗੀ ਅਤੇ ਉਸ ਤੋਂ ਬਾਅਦ ਪਰਮੇਸ਼ਵਰ ਆਪਣੀ ਨਵੀਂ ਹੈਕਲ ਵਿੱਚ ਆਪਣੀ ਹਜ਼ੂਰੀ ਨੂੰ ਫਿਰ ਤੋਂ ਬਹਾਲ ਕਰੇਗਾ ਅਤੇ ਸਭ ਕੌਮਾਂ ਤੇ ਆਪਣਾ ਰਾਜ ਅਤੇ ਮਸੀਹਾ ਦਾ ਸ਼ਾਸਨ ਸਥਾਪਿਤ ਕਰੇਗਾ। ਇਸ ਕਿਤਾਬ ਦੀਆਂ ਸ਼ੁਰੂਆਤੀ ਤਰੀਕਾਂ ਦੱਸਦੀਆਂ ਹਨ ਕਿ ਉਹ 70 ਸਾਲ ਲਗਭਗ ਪੂਰੇ ਹੋ ਚੁੱਕੇ ਹਨ, ਪਰ ਦੇਸ਼ ਵਿੱਚ ਜੀਵਨ ਮੁਸ਼ਕਿਲ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਇਹਨਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਹੋਵੇਗਾ। ਕਿਉਂ? ਜ਼ਕਰੀਆ ਦੀ ਕਿਤਾਬ ਇਸ ਦੀ ਵਿਆਖਿਆ ਕਰਦੀ ਹੈ। ਇਸ ਦੀ ਰਚਨਾ ਕਾਫੀ ਸਪਸ਼ਟ ਹੈ। ਇੱਥੇ ਇੱਕ ਜਾਣ ਪਛਾਣ ਹੈ ਜੋ ਜ਼ਕਰੀਆ ਦੇ ਸੁਪਨਿਆਂ ਦੇ ਦਰਸ਼ਨਾਂ ਦੇ ਵੱਡੇ ਸੰਗ੍ਰਹਿ ਲਈ ਭੂਮਿਕਾ ਤਿਆਰ ਕਰਦੀ ਹੈ ਅਤੇ ਇਸ ਦੀ ਸਮਾਪਤੀ ਅਧਿਆਇ 7 ਅਤੇ 8 ਨਾਲ ਹੁੰਦੀ ਹੈ ਅਤੇ ਫਿਰ ਇਸ ਤੋਂ ਬਾਅਦ ਕਵਿਤਾਵਾਂ ਅਤੇ ਭਵਿੱਖਬਾਣੀਆਂ ਦੇ 2 ਹੋਰ ਵੱਡੇ ਸੰਗ੍ਰਹਿ ਹਨ। ਅਤੇ ਆਓ ਗਹਿਰਾਈ ਵਿੱਚ ਚੱਲੀਏ ਅਤੇ ਵੇਖੀਏ ਕਿ ਕਿਤਾਬ ਕਿਵੇਂ ਕੰਮ ਕਰਦੀ ਹੈ। ਇਹ ਜ਼ਕਰੀਆ ਦੁਆਰਾ ਆਪਣੀ ਪੀੜ੍ਹੀ ਨੂੰ ਦਿੱਤੀ ਇਸ ਚੁਣੌਤੀ ਦੇ ਨਾਲ ਸ਼ੁਰੂ ਹੁੰਦੀ ਹੈ ਕਿ ਉਹ ਪਰਮੇਸ਼ਵਰ ਦੀ ਵੱਲ ਮੁੜਨ ਅਤੇ ਆਪਣੇ ਪੁਰਖਿਆਂ ਦੀ ਤਰ੍ਹਾਂ ਨਾ ਬਣਨ ਜਿਨ੍ਹਾਂ ਨੇ ਵਿਦਰੋਹ ਕੀਤਾ ਅਤੇ ਨਬੀਆਂ ਦੀਆਂ ਗੱਲਾਂ ਸੁਣਨ ਤੋਂ ਇਨਕਾਰ ਕੀਤਾ, ਜਿਸ ਦੇ ਕਾਰਨ ਉਹਨਾਂ ਨੂੰ ਗੁਲਾਮੀ ਵਿੱਚ ਜਾਣਾ ਪਿਆ। ਅਤੇ ਹੁਣ ਗੁਲਾਮੀ ਤੋਂ ਵਾਪਸ ਆਏ ਲੋਕ ਜ਼ਕਰੀਆ ਦੀਆਂ ਗੱਲਾਂ ਦੇ ਪ੍ਰਤੀ ਸਕਾਰਾਤਮਕ ਤੌਰ ਤੇ ਪ੍ਰਤੀਕਿਰਿਆ ਕਰਦੇ ਹਨ। ਉਹ ਤੋਬਾ ਕਰਦੇ ਹਨ ਅਤੇ ਪਰਮੇਸ਼ਵਰ ਦੇ ਸਾਹਮਣੇ ਆਪਣੇ ਆਪ ਨੂੰ ਦੀਨ ਕਰਦੇ ਹਨ, ਜਾਂ ਅਜਿਹਾ ਪ੍ਰਤੀਤ ਹੁੰਦਾ ਹੈ। ਅਗਲਾ ਵੱਡਾ ਭਾਗ ਰਾਤ ਦੇ ਸਮੇਂ ਵਿੱਚ 8 ਦਰਸ਼ਨਾਂ ਦਾ ਸੰਗ੍ਰਹਿ ਹੈ ਜਿਸ ਨੂੰ ਜ਼ਕਰੀਆ ਨੇ ਦੱਸਿਆ ਅਤੇ ਸਿਰਫ ਤੁਹਾਨੂੰ ਤਿਆਰ ਕਰਨ ਲਈ ਇਹ ਬਹੁਤ ਹੀ ਅਨੋਖੇ ਅਜੀਬ ਚਿੱਤਰਾਂ ਨਾਲ ਭਰੇ ਹੋਏ ਹਨ। ਬਥੇਰੇ ਤੁਹਾਡੇ ਸੁਪਨਿਆਂ ਵਾਂਗ ਹੀ ਹਨ। ਪਰਮੇਸ਼ਵਰ ਦਾ ਸੰਕੇਤਕ ਸੁਪਨਿਆਂ ਦੇ ਦੁਆਰਾ ਲੋਕਾਂ ਨਾਲ ਗੱਲਬਾਤ ਕਰਨ ਦਾ ਵਿਚਾਰ ਬਹੁਤ ਪੁਰਾਣਾ ਹੈ। ਇਹ ਉਤਪਤੀ ਕਿਤਾਬ ਵਿੱਚ ਵਾਪਸ ਜਾਂਦਾ ਹੈ ਜਿੱਥੇ ਯਾਕੂਬ ਅਤੇ ਯੂਸਫ ਅਤੇ ਫਿਰੌਨ ਦੇ ਸੁਪਨੇ ਹਨ। ਇਹ ਉਸ ਸਮੇਂ ਦੀਆਂ ਮੌਜੂਦਾ ਘਟਨਾਵਾਂ ਨੂੰ ਅਰਥ ਦਿੰਦੇ ਹਨ, ਪਰ ਨਾਲ ਹੀ ਇਹ ਭਵਿੱਖ ਦੇ ਲਈ ਖਿੜਕੀ ਵੀ ਹੈ। ਅਤੇ ਹੁਣ ਇੱਥੇ ਜ਼ਕਰੀਆ ਦੇ ਆਪਣੇ ਸੁਪਨੇ ਹਨ ਅਤੇ ਉਹਨਾਂ ਨੂੰ ਸੱਚਮੁੱਚ ਸ਼ੁੱਧ ਰੂਪ ਨਾਲ ਲੜੀਬੱਧ ਕੀਤਾ ਗਿਆ ਹੈ। ਪਹਿਲਾ ਅਤੇ ਆਖਰੀ ਦਰਸ਼ਨ 4 ਘੋੜਸਵਾਰਾਂ ਬਾਰੇ ਹਨ। ਉਹ ਪਰਮੇਸ਼ਵਰ ਦੀ ਵੱਲੋਂ ਸੰਸਾਰ ਤੇ ਪਹਿਰਾ ਦੇਣ ਵਾਲਿਆਂ ਦੀ ਵਾਂਗ ਹਨ ਅਤੇ ਉਹ ਕੌਮਾਂ ਤੇ ਪਰਮੇਸ਼ਵਰ ਦੀ ਚੌਕਸ ਨਜ਼ਰ ਦਾ ਵਰਣਨ ਹੈ। ਸੂਚਨਾ ਇਹ ਹੈ ਕਿ ਸਾਰੀ ਧਰਤੀ ਅਮਨ ਨਾਲ ਵਸਦੀ ਹੈ ਅਤੇ ਜ਼ਕਰੀਆ ਦੇ ਦਿਨਾਂ ਵਿੱਚ ਇਹ ਦਰਸਾਉਂਦਾ ਹੈ ਕਿ ਕਿਵੇਂ ਪਰਮੇਸ਼ਵਰ ਨੇ ਬਾਬਲ ਨੂੰ ਜਿੱਤਣ ਅਤੇ ਸ਼ਾਂਤੀ ਲਿਆਉਣ ਲਈ ਫਾਰਸ ਨੂੰ ਖੜਾ ਕੀਤਾ। ਅਤੇ ਇਸ ਲਈ ਹੁਣ ਇੱਥੇ ਸਵਾਲ ਉੱਠਦਾ ਹੈ, ਇਸਰਾਇਲ ਦੀ 70 ਸਾਲ ਦੀ ਗੁਲਾਮੀ ਲਗਭਗ ਖਤਮ ਹੋ ਚੁੱਕੀ ਹੈ ਕਿ ਹੁਣ ਇਹ ਯਰੂਸ਼ਲਮ ਵਿੱਚ ਮਸੀਹਾ ਦੇ ਸਾਮਰਾਜ ਦਾ ਸਮਾਂ ਹੈ। ਅਤੇ ਪਰਮੇਸ਼ਵਰ ਜਵਾਬ ਦਿੰਦਾ ਹੈ ਕਿ ਉਹ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਦ੍ਰਿੜ ਖੜਾ ਹੈ, ਪਰ ਇਹ ਕਦੋਂ ਹੋਵੇਗਾ ਇਸ ਬਾਰੇ ਵਿੱਚ ਕੁਝ ਨਹੀਂ ਕਹਿੰਦਾ। ਦੂਸਰਾ ਅਤੇ 7ਵਾਂ ਦਰਸ਼ਨ ਜੋੜੇ ਵਿੱਚ ਹੈ ਕਿਉਂਕਿ ਇਹ ਦੋਵੇਂ ਇਸਰਾਇਲ ਦੇ ਪਿਛਲੇ ਪਾਪਾਂ ਦੀ ਝਲਕ ਦਿੰਦੇ ਹਨ ਜਿਨ੍ਹਾਂ ਦੇ ਕਾਰਨ ਉਹ ਗੁਲਾਮੀ ਵਿੱਚ ਗਏ ਸਨ। ਦੂਸਰਾ ਦਰਸ਼ਨ ਇਹਨਾਂ ਸਿੰਘਾਂ ਦੇ ਬਾਰੇ ਹੈ ਜੋ ਉਹਨਾਂ ਕੌਮਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਇਸਰਾਇਲ ਤੇ ਹਮਲਾ ਕੀਤਾ ਅਤੇ ਉਹਨਾਂ ਨੂੰ ਖਿੰਡਾ ਦਿੱਤਾ, ਅਸੂਰ ਅਤੇ ਬਾਬਲ। ਪਰ ਫਿਰ ਇਹਨਾਂ ਸਿੰਘਾਂ ਜਾਂ ਸਾਮਰਾਜਾਂ ਨੂੰ ਵੀ ਲੋਹਾਰ ਦੇ ਸਮੂਹ ਦੁਆਰਾ ਖਿੰਡਾ ਦਿੱਤਾ ਗਿਆ ਜੋ ਫਾਰਸ ਦੀ ਤਸਵੀਰ ਹੈ। 7ਵਾਂ ਸੁਪਨਾ ਟੋਕਰੀ ਵਿੱਚ ਇੱਕ ਔਰਤ ਬਾਰੇ ਹੈ ਅਤੇ ਸਾਨੂੰ ਦੱਸਿਆ ਗਿਆ ਹੈ ਕਿ ਉਹ ਇਸਰਾਇਲ ਦੁਆਰਾ ਕੀਤੇ ਨੇਮ ਦੇ ਉਲੰਘਣ ਦਾ ਪ੍ਰਤੀਕ ਹੈ। ਅਤੇ ਫਿਰ ਹੋਰ ਔਰਤਾਂ ਜਿਸ ਦੇ ਲਮਟੀਂਗ ਵਰਗੇ ਪਰ ਲੱਗੇ ਸਨ ਇਸ ਔਰਤ ਨੂੰ ਉਠਾ ਕੇ ਬਾਬਲ ਲੈ ਜਾਂਦੀਆਂ ਹਨ। ਇਹ ਬਹੁਤ ਅਨੋਖਾ ਹੈ। ਤੀਸਰਾ ਅਤੇ 6ਵਾਂ ਦਰਸ਼ਨ ਆਪਸ ਵਿੱਚ ਜੁੜੇ ਹੋਏ ਸਨ ਕਿਉਂਕਿ ਉਹ ਦੋਵੇਂ ਨਵੇਂ ਯਰੂਸ਼ਲਮ ਦੇ ਮੁੜ ਨਿਰਮਾਣ ਦੇ ਬਾਰੇ ਹੈ। ਇੱਕ ਆਦਮੀ ਸ਼ਹਿਰ ਨੂੰ ਮਾਪ ਰਿਹਾ ਹੈ। ਉਹ ਪਰਮੇਸ਼ਵਰ ਦੇ ਉਸ ਵਾਅਦੇ ਦੀ ਇੱਕ ਤਸਵੀਰ ਹੈ ਕਿ ਯਰੂਸ਼ਲਮ ਦਾ ਮੁੜ ਨਿਰਮਾਣ ਕੀਤਾ ਜਾਵੇਗਾ ਅਤੇ ਉਹ ਕੌਮਾਂ ਦੇ ਲਈ ਦੀਪਕ ਬਣ ਜਾਵੇਗਾ ਜੋ ਪਰਮੇਸ਼ਵਰ ਦੇ ਲੋਕਾਂ ਨਾਲ ਮਿਲ ਕੇ ਉਸ ਦੀ ਮਹਿਮਾ ਕਰਨਗੇ। ਅਤੇ ਫਿਰ 6ਵਾਂ ਦਰਸ਼ਨ ਇੱਕ ਲਪੇਟਵੀਂ ਪੋਥੀ ਬਾਰੇ ਹੈ ਜੋ ਨਵੇਂ ਯਰੂਸ਼ਲਮ ਵਿੱਚ ਚਾਰੇ ਪਾਸੇ ਉੱਡਦਾ ਹੈ, ਚੋਰਾਂ ਅਤੇ ਝੂਠੇ ਲੋਕਾਂ ਨੂੰ ਦੰਡ ਦਿੰਦਾ ਹੈ। ਅਤੇ ਇਹ ਵਿਚਾਰ ਹੈ ਕਿ ਨਵਾਂ ਯਰੂਸ਼ਲਮ ਇਸ ਦੀ ਜਗ੍ਹਾ ਹੈ ਜੋ ਪਵਿੱਤਰ ਵਚਨਾਂ ਦੁਆਰਾ ਪਾਪ ਤੋਂ ਸ਼ੁੱਧ ਕੀਤੀ ਗਈ ਹੈ। ਚੌਥਾ ਅਤੇ 5ਵਾਂ ਦਰਸ਼ਨ ਇਸ ਸੰਗ੍ਰਹਿ ਦੇ ਕੇਂਦਰ ਵਿੱਚ ਹੈ ਅਤੇ ਉਹ ਗੁਲਾਮੀ ਤੋਂ ਵਾਪਸ ਆਏ ਲੋਕਾਂ ਵਿੱਚੋਂ 2 ਮੁੱਖ ਆਗੂਆਂ ਦੇ ਬਾਰੇ ਹੈ, ਮਹਾਜਾਜਕ ਯਹੋਸ਼ੂਆ ਅਤੇ ਫਿਰ ਯਰੂਬਾਬਲ, ਦਾਊਦ ਦਾ ਸ਼ਾਹੀ ਵੰਸ਼। ਯਹੋਸ਼ੂਆ ਨੇ ਗੰਦੇ ਕੱਪੜਿਆਂ ਦੇ ਰੂਪ ਵਿੱਚ ਪ੍ਰਤੀਕਾਤਮਕ ਤੌਰ ਤੇ ਇਸਰਾਇਲ ਦੇ ਪਾਪ ਨੂੰ ਪਹਿਨਿਆ ਹੋਇਆ ਸੀ ਅਤੇ ਫਿਰ ਉਹ ਉਤਾਰ ਦਿੱਤੇ ਜਾਂਦੇ ਹਨ ਅਤੇ ਉਸ ਨੂੰ ਨਵੇਂ ਕੱਪੜੇ ਅਤੇ ਇੱਕ ਨਵਾਂ ਅਮਾਮਾ ਦਿੱਤਾ ਜਾਂਦਾ ਹੈ ਜੋ ਪਰਮੇਸ਼ਵਰ ਦੀ ਦਇਆ ਅਤੇ ਮਾਫੀ ਦਾ ਪ੍ਰਤੀਕ ਹੈ। ਅਤੇ ਫਿਰ ਇੱਕ ਸਵਰਗਦੂਤ ਯਹੋਸ਼ੂਆ ਨੂੰ ਕਹਿੰਦਾ ਹੈ ਕਿ ਜੇਕਰ ਉਹ ਪਰਮੇਸ਼ਵਰ ਦੇ ਵਿਖੇ ਵਿਸ਼ਵਾਸਯੋਗ ਰਹਿੰਦਾ ਹੈ ਤਾਂ ਉਹ ਉਸ ਦੇ ਲੋਕਾਂ ਦੀ ਅਗਵਾਈ ਕਰੇਗਾ
ਅਤੇ ਯਹੋਸ਼ੂਆ ਭਵਿੱਖ ਦੇ ਮਸੀਹੀ ਰਾਜਾ ਦਾ ਪ੍ਰਤੀਕ ਬਣ ਜਾਵੇਗਾ। ਦੂਸਰਾ ਦਰਸ਼ਨ ਯਤੂਨ ਦੇ ਦੋ ਬਿਰਛਾਂ ਬਾਰੇ ਹੈ ਜੋ ਇੱਕ ਸੰਪੂਰਨ ਸੋਨੇ ਦੇ ਸ਼ਮਾਦਾਨ ਨੂੰ ਤੇਲ ਦੀ ਪੂਰਤੀ ਕਰਦੇ ਹਨ, ਜੋ ਕਿ ਆਪਣੇ ਲੋਕਾਂ ਤੇ ਪਰਮੇਸ਼ਵਰ ਦੀ ਚੌਕਸੀ ਦਾ ਪ੍ਰਤੀਕ ਹੈ। ਅਤੇ ਇਹ ਦੋ ਬਿਰਛ ਦੋ ਮਸਾ ਕੀਤੇ ਆਗੂ ਯਹੋਸ਼ੂਆ ਅਤੇ ਯਰੂਬਾਬਲ ਦੇ ਪ੍ਰਤੀਕ ਹਨ, ਜੋ ਹੈਕਲ ਦੇ ਮੁੜ ਨਿਰਮਾਣ ਦੇ ਉਪਰਾਲਿਆਂ ਦੀ ਅਗਵਾਈ ਕਰ ਰਹੇ ਹਨ। ਅਤੇ ਪਰਮੇਸ਼ਵਰ ਕਹਿੰਦਾ ਹੈ ਕਿ ਸਫਲਤਾ ਇਸ ਨਵੀਂ ਹੈਕਲ ਵਿੱਚ ਨਹੀਂ ਆਵੇਗੀ ਜੇਕਰ ਇਹ ਕੇਵਲ ਰਾਜਨੀਤਿਕ ਚਾਲਾਂ ਦਾ ਨਤੀਜਾ ਹੈ, ਸਗੋਂ ਇਹਨਾਂ ਦੋ ਆਗੂਆਂ ਨੂੰ ਪਰਮੇਸ਼ਵਰ ਦੇ ਆਤਮਾ ਦੇ ਕੰਮਾਂ ਤੇ ਨਿਰਭਰ ਹੋਣਾ ਚਾਹੀਦਾ ਹੈ। ਨਬੀ ਦੇ ਇੱਕ ਹੋਰ ਦਰਸ਼ਨ ਨਾਲ ਇਹ ਦਰਸ਼ਨ ਸਮਾਪਤ ਹੁੰਦੇ ਹਨ ਅਤੇ ਇਹ ਚੌਥੇ ਅਤੇ ਪੰਜਵੇਂ ਦਰਸ਼ਨ ਨੂੰ ਲੈਂਦਾ ਹੈ। ਇਹ ਫਿਰ ਯਹੋਸ਼ੂਆ ਮਹਾਜਾਜਕ ਬਾਰੇ ਹੈ ਅਤੇ ਉਸ ਨੂੰ ਇੱਕ ਮੁਕਟ ਦਿੱਤਾ ਜਾਂਦਾ ਹੈ ਅਤੇ ਭਵਿੱਖ ਦੇ ਮਸੀਹਾ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਜਾਂਦਾ ਹੈ, ਜੋ ਪਰਮੇਸ਼ਵਰ ਦੇ ਰਾਜ ਦਾ ਜਾਜਕ ਵੀ ਹੋਵੇਗਾ। ਅਤੇ ਫਿਰ ਜ਼ਕਰੀਆ ਇਹ ਕਹਿ ਕੇ ਸਮਾਪਤ ਕਰਦਾ ਹੈ ਕਿ ਇਹ ਸਭ ਦਰਸ਼ਨ ਉਸ ਸਮੇਂ ਪੂਰੇ ਹੋਣਗੇ ਜਦੋਂ ਵਰਤਮਾਨ ਪੀੜ੍ਹੀ ਪਰਮੇਸ਼ਵਰ ਦੇ ਪ੍ਰਤੀ ਵਿਸ਼ਵਾਸਯੋਗ ਹੋਵੇਗੀ ਅਤੇ ਨੇਮ ਦੀਆਂ ਸ਼ਰਤਾਂ ਦਾ ਪਾਲਣ ਕਰੇਗੀ। ਅਤੇ ਇਸ ਲਈ ਇਹ ਸਭ ਮਿਲ ਕੇ ਇਹ ਤਿੰਨ ਦਰਸ਼ਨ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਕਿਵੇਂ ਮਸੀਹ ਦੇ ਰਾਜ ਦਾ ਆਉਣਾ ਇਸ ਪੀੜ੍ਹੀ ਦਾ ਪਰਮੇਸ਼ਵਰ ਪ੍ਰਤੀ ਵਿਸ਼ਵਾਸਯੋਗ ਰਹਿਣ ਦੀ ਸ਼ਰਤ ਤੇ ਨਿਰਭਰ ਕਰਦਾ ਹੈ, ਜੋ ਸਾਨੂੰ ਦਰਸ਼ਨਾਂ ਦੇ ਸਿੱਟਿਆਂ ਵੱਲ ਲੈ ਜਾਂਦਾ ਹੈ। ਇਹ ਜ਼ਕਰੀਆ ਦੇ ਵੱਲੋਂ ਇੱਕ ਹੋਰ ਚੇਤਾਵਨੀ ਹੈ। ਇਸਰਾਇਲ ਦਾ ਇੱਕ ਸਮੂਹ ਆਉਂਦਾ ਹੈ ਅਤੇ ਉਹ ਲਗਭਗ 70 ਸਾਲਾਂ ਤੋਂ ਪਹਿਲਾਂ ਹੈਕਲ ਦੀ ਤਬਾਹੀ ਤੇ ਸੋਗ ਕਰ ਰਹੇ ਹਨ ਅਤੇ ਉਹ ਉਸ ਤੋਂ ਪੁੱਛਦੇ ਹਨ ਕਿ ਇਹ ਸੋਗ ਸਮਾਪਤ ਕਰਨ ਦਾ ਸਮਾਂ ਹੈ। ਮੇਰਾ ਮਤਲਬ ਹੈ ਕਿ ਪਰਮੇਸ਼ਵਰ ਦਾ ਰਾਜ ਜਲਦੀ ਆਉਣ ਵਾਲਾ ਹੈ। ਅਤੇ ਜ਼ਕਰੀਆ ਉਹਨਾਂ ਨੂੰ ਫਿਰ ਤੋਂ ਯਾਦ ਦਿਵਾਉਂਦਾ ਹੈ ਕਿ ਕਿਵੇਂ ਉਹਨਾਂ ਦੇ ਪੁਰਖਿਆਂ ਨੇ ਨਬੀਆਂ ਦੇ ਦੁਆਰਾ ਪਰਮੇਸ਼ਵਰ ਦੇ ਦਿੱਤੇ ਸੱਦੇ ਨੂੰ ਰੱਦ ਕੀਤਾ, ਜਿਸ ਦੇ ਕਾਰਨ ਉਹ ਗੁਲਾਮੀ ਵਿੱਚ ਗਏ। ਅਤੇ ਇਸ ਤਰ੍ਹਾਂ ਉਹ ਉਹਨਾਂ ਨੂੰ ਵੀ ਚੇਤਾਵਨੀ ਦਿੰਦਾ ਹੈ। ਉਹ ਕਹਿੰਦਾ ਹੈ ਕਿ ਇਹ ਪੀੜ੍ਹੀ ਮਸੀਹਾ ਦੇ ਰਾਜ ਨੂੰ ਤਾਂ ਹੀ ਦੇਖੇਗੀ ਜੇਕਰ ਉਹ ਨਿਆਂ ਤੇ ਸ਼ਾਂਤੀ ਅਪਣਾਉਂਦੇ ਅਤੇ ਨੇਮ ਦੇ ਪ੍ਰਤੀ ਵਿਸ਼ਵਾਸਯੋਗ ਰਹਿਣਗੇ। ਇਸ ਲਈ ਦੂਸਰੇ ਸ਼ਬਦਾਂ ਵਿੱਚ ਜ਼ਕਰੀਆ ਉਹਨਾਂ ਦੇ ਸਵਾਲਾਂ ਨੂੰ ਉਲਟ ਦਿੰਦਾ ਹੈ। ਉਹ ਪੁੱਛਦਾ ਹੈ ਕਿ ਉਹ ਇਸ ਤਰ੍ਹਾਂ ਦੇ ਲੋਕ ਬਣਨਗੇ ਜੋ ਪਰਮੇਸ਼ਵਰ ਦੇ ਆਉਣ ਵਾਲੇ ਰਾਜ ਨੂੰ ਸਵੀਕਾਰ ਕਰਨ ਅਤੇ ਉਸ ਵਿੱਚ ਸਹਿਭਾਗੀ ਹੋਣ ਲਈ ਤਿਆਰ ਹਨ। ਅਤੇ ਇਹ ਸਵਾਲ ਬਿਨਾਂ ਕਿਸੇ ਜਵਾਬ ਦੇ ਹੀ ਰਹਿ ਜਾਂਦਾ ਹੈ। ਲੋਕ ਜਵਾਬ ਨਹੀਂ ਦਿੰਦੇ ਅਤੇ ਕਿਤਾਬ ਅੱਗੇ ਵਧਦੀ ਹੈ ਅਤੇ ਅਸੀਂ ਅੰਤਿਮ ਭਾਗ ਵਿੱਚ ਆਉਂਦੇ ਹਾਂ, ਜੋ ਅਧਿਆਇ 1 ਤੋਂ 8 ਤੱਕ ਦੇ ਭਾਗ ਤੋਂ ਬਹੁਤ ਅਲੱਗ ਹੈ। ਹਰੇਕ ਭਾਗ ਆਉਣ ਵਾਲੇ ਮਸੀਹਾ ਦੇ ਰਾਜ ਦੇ ਬਾਰੇ ਬਹੁਤ ਸਾਰੀਆਂ ਕਵਿਤਾਵਾਂ ਅਤੇ ਚਿੱਤਰਾਂ ਦਾ ਸਮੂਹ ਹੈ। ਪਹਿਲਾ ਅਧਿਆਇ 9 ਤੋਂ 11 ਹਲੀਮ ਮਸੀਹ ਰਾਜਾ ਦੇ ਆਉਣ ਦਾ ਵਰਣਨ ਕਰਦਾ ਹੈ, ਜੋ ਕੌਮਾਂ ਤੇ ਪਰਮੇਸ਼ਵਰ ਦਾ ਰਾਜ ਸਥਾਪਿਤ ਕਰਨ ਲਈ ਨਵੇਂ ਯਰੂਸ਼ਲਮ ਵਿੱਚ ਇੱਕ ਗਧੇ ਤੇ ਸਵਾਰ ਹੋ ਕੇ ਆ ਰਿਹਾ ਹੈ। ਪਰ ਫਿਰ ਅਚਾਨਕ ਇਹ ਰਾਜਾ, ਜਿਸ ਨੂੰ ਇਸਰਾਇਲ ਦੇ ਝੁੰਡ ਦੇ ਚਰਵਾਹੇ ਵਜੋਂ ਦਿਖਾਇਆ ਗਿਆ ਹੈ, ਉਸ ਨੂੰ ਪਹਿਲਾਂ ਉਸ ਦੇ ਆਪਣੇ ਲੋਕਾਂ ਦੁਆਰਾ ਅਤੇ ਫਿਰ ਉਹਨਾਂ ਦੇ ਆਗੂਆਂ ਦੁਆਰਾ ਵੀ ਰੱਦ ਕਰ ਦਿੱਤਾ ਗਿਆ ਹੈ, ਜੋ ਚਰਵਾਹਿਆਂ ਵਜੋਂ ਵੀ ਪ੍ਰਤੀਕ ਹਨ। ਅਤੇ ਇਸ ਲਈ ਪਰਮੇਸ਼ਵਰ ਇਸਰਾਇਲ ਨੂੰ ਇਹਨਾਂ ਭ੍ਰਿਸ਼ਟ ਚਰਵਾਹਿਆਂ ਦੇ ਹੱਥਾਂ ਵਿੱਚ ਸੌਂਪ ਦਿੰਦਾ ਹੈ। ਅਤੇ ਇੱਕ ਸਵਾਲ ਉੱਠਦਾ ਹੈ ਕਿ ਇਸਰਾਇਲ ਦਾ ਆਪਣੇ ਰਾਜੇ ਨੂੰ ਰੱਦ ਕਰਨਾ ਹਮੇਸ਼ਾ ਲਈ ਰਹੇਗਾ। ਅਤੇ ਅੰਤਿਮ ਭਾਗ 12 ਤੋਂ 14 ਕਹਿੰਦੇ ਹਨ, ਨਹੀਂ, ਇਹ ਭਵਿੱਖ ਦੇ ਮਸੀਹਾ ਦੇ ਰਾਜ ਬਾਰੇ ਕਵਿਤਾਵਾਂ ਅਤੇ ਚਿੱਤਰਾਂ ਦਾ ਇੱਕ ਹੋਰ ਸੰਗ੍ਰਹਿ ਹੈ ਅਤੇ ਉਹ ਨਵੇਂ ਯਰੂਸ਼ਲਮ ਨੂੰ ਇੱਕ ਅਜਿਹੇ ਸਥਾਨ ਦੇ ਰੂਪ ਵਿੱਚ ਦਰਸਾਉਂਦੇ ਹਨ ਜਿੱਥੇ ਪਰਮੇਸ਼ਵਰ ਦਾ ਨਿਆਂ ਅੰਤ ਵਿੱਚ ਕੌਮਾਂ ਵਿੱਚ ਬੁਰਾਈ ਦਾ ਸਾਹਮਣਾ ਕਰੇਗਾ ਅਤੇ ਉਸ ਨੂੰ ਹਰਾ ਦੇਵੇਗਾ। ਇਹ ਨਬੀ ਜੋਇਲ ਅਤੇ ਹਿਜ਼ਕੀਏਲ ਦੇ ਵਿਸ਼ਿਆਂ ਵਾਂਗ ਹੀ ਹੈ, ਪਰ ਫਿਰ ਪਰਮੇਸ਼ਵਰ ਆਪਣੇ ਲੋਕਾਂ ਦੇ ਦਿਲਾਂ ਵਿੱਚ ਪੈਦਾ ਹੋਏ ਵਿਦਰੋਹ ਦਾ ਵੀ ਸਾਹਮਣਾ ਕਰੇਗਾ। ਉਹ ਉਹਨਾਂ ਉੱਤੇ ਆਪਣੀ ਆਤਮਾ ਵਹਾਉਣ ਜਾ ਰਿਹਾ ਹੈ। ਉਹ ਕਹਿੰਦਾ ਹੈ ਤਾਂ ਜੋ ਉਹ ਇਸ ਸੱਚਾਈ ਤੋਂ ਤੋਬਾ ਕਰ ਸਕਣ ਅਤੇ ਸੋਗ ਕਰ ਸਕਣ ਕਿ ਉਹਨਾਂ ਨੇ ਵਿਦਰੋਹ ਕੀਤਾ ਹੈ ਅਤੇ ਆਪਣੇ ਮਸੀਹਾ ਚਰਵਾਹੇ ਨੂੰ ਰੱਦ ਕੀਤਾ ਹੈ। ਆਖਰੀ ਅਧਿਆਇ ਨਵੇਂ ਯਰੂਸ਼ਲਮ ਦੇ ਨਾਲ ਸਮਾਪਤ ਹੁੰਦਾ ਹੈ, ਜੋ ਸਭ ਕੌਮਾਂ ਦੇ ਇਕੱਠੇ ਹੋਣ ਦੇ ਲਈ ਕੇਂਦਰ ਬਿੰਦੂ ਹੈ। ਅਤੇ ਫਿਰ ਇਹ ਨਗਰ ਅਦਨ ਦਾ ਨਵਾਂ ਬਾਗ ਬਣ ਜਾਂਦਾ ਹੈ ਅਤੇ ਇੱਥੋਂ ਹੈਕਲ ਵਿੱਚ ਵਹਿਣ ਵਾਲੇ ਅੰਮ੍ਰਿਤ ਜਲ ਦੀ ਨਦੀ ਵਗਦੀ ਹੈ, ਜੋ ਸੰਸਾਰ ਦੇ ਲਈ ਚੰਗਿਆਈ ਲਿਆਉਂਦੀ ਹੈ। ਅਤੇ ਇਸ ਤਰ੍ਹਾਂ ਕਿਤਾਬ ਸਮਾਪਤ ਹੁੰਦੀ ਹੈ। ਅਤੇ ਇਸ ਤਰ੍ਹਾਂ ਜ਼ਕਰੀਆ ਅਧਿਆਇ 1 ਤੋਂ 8 ਅਤੇ 9 ਤੋਂ 14 ਵਿਚਕਾਰ ਸਬੰਧਾਂ ਤੇ ਵਿਚਾਰ ਕਰਨ ਲਈ ਛੱਡ ਦਿੰਦਾ ਹੈ। ਅਤੇ ਗੱਲ ਇਹ ਜਾਪਦੀ ਹੈ ਕਿ ਕਿਤਾਬ ਦੇ ਦੂਸਰੇ ਅੱਧ ਦਾ ਇਹ ਭਵਿੱਖ ਦਾ ਮਸੀਹੀ ਰਾਜ ਉਸ ਸਮੇਂ ਆਵੇਗਾ ਜਦੋਂ ਪਰਮੇਸ਼ਵਰ ਦੇ ਲੋਕ ਨੇਮ ਦੇ ਪ੍ਰਤੀ ਵਿਸ਼ਵਾਸਯੋਗ ਹੋਣਗੇ, ਜੋ ਪਹਿਲੇ ਅੱਧ ਭਾਗ ਦਾ ਵਿਸ਼ਾ ਹੈ। ਜ਼ਕਰੀਆ ਦੀ ਕਿਤਾਬ ਪੜ੍ਹਨਾ ਇੱਕ ਅਨੋਖੀ ਸਵਾਰੀ ਕਰਨ ਦੇ ਬਰਾਬਰ ਹੈ। ਇਹ ਦਰਸ਼ਨਾਂ ਅਤੇ ਕਵਿਤਾਵਾਂ ਨਾਲ ਭਰਪੂਰ ਹੈਰਾਨ ਕਰਨ ਵਾਲੀਆਂ ਤਸਵੀਰਾਂ ਹਨ ਅਤੇ ਉਹਨਾਂ ਵਿੱਚ ਸਪਸ਼ਟ ਪ੍ਰਵਾਹ ਦੇ ਵਿਚਾਰ ਨਹੀਂ ਹਨ ਅਤੇ ਇਹ ਬਿੰਦੂ ਦਾ ਹਿੱਸਾ ਹੈ। ਇਹ ਇਤਿਹਾਸ ਅਤੇ ਸਾਡੇ ਜੀਵਨ ਦੀ ਤਰ੍ਹਾਂ ਹੈ। ਇਹ ਹਮੇਸ਼ਾ ਸਪਸ਼ਟ ਅਤੇ ਸੁਚੱਜੇ ਨਮੂਨੇ ਵਿੱਚ ਸਟੀਕ ਨਹੀਂ ਬੈਠਦਾ, ਪਰ ਨਬੀ ਪਰਮੇਸ਼ਵਰ ਦੇ ਕੰਮ ਕਰਨ ਵਾਲੇ ਹੱਥ ਦੀ ਝਲਕ ਦਿੰਦਾ ਹੈ,
ਜੋ ਇਤਿਹਾਸ ਨੂੰ ਆਪਣੇ ਉਦੇਸ਼ ਦੀ ਵੱਲ ਲੈ ਜਾਂਦਾ ਹੈ। ਅਤੇ ਇਸ ਲਈ ਆਖਿਰ ਵਿੱਚ ਜ਼ਕਰੀਆ ਸਾਨੂੰ ਗੜਬੜੀ ਤੋਂ ਪਾਰ ਦੇਖਣ ਅਤੇ ਪਰਮੇਸ਼ਵਰ ਦੇ ਰਾਜ ਤੇ ਆਸ ਲਗਾਈ ਰੱਖਣ ਲਈ ਸੱਦਾ ਦਿੰਦਾ ਹੈ, ਜਿਸ ਨੂੰ ਵਰਤਮਾਨ ਵਿੱਚ ਵਿਸ਼ਵਾਸਯੋਗ ਬਣੇ ਰਹਿਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਅਤੇ ਇਹੀ ਸਭ ਜ਼ਕਰੀਆ ਦੀ ਕਿਤਾਬ ਦੇ ਬਾਰੇ ਹੈ।